चकर चहन अर बरन जात, अर पात नहन जेहे रूप रंग अर रेख। पेख को कह न सकत केहे, अचल मूरत अनभव प्रकाश। अमतोज कहजै कोट इंद्र इंद्राण, साहे साहाण गणजै। त्रे भवन महीप सुर नर असुर, नेत नेत बान तृण कहत। तव सर्ब नाम कथय कवन, कर्म नाम बरनत समत। तव सर्ब नाम कथय कवन, कर्म नाम बरनत समत। प्रभ जी तो कह लाज हमारी, प्रभ जी तो कह लाज हमारी। नीलकंठ नर हर नारायण, नील बसन बनवारी। परम पुरख परमेश्वर स्वामी, पावन पौन आहारी। माधव महाजोत मद मर्दन, मान मुकंद मुरारी। निर्विकार निर्जुर निंदरा बिना, निर्विख नरक निवारी। कृपा सिंधु काल त्रैदर्शी, को करत पर नासन कारी। तनर पान त्रित मान, तरा तर अन बेकार असतारी। हो मत मंद चरण शरणागत, कर गहले हो उबारी। हो मत मंद चरण शरणागत, कर गहले हो उबारी। हम अवगुण परे एक गुण नाही, अमृत छाड़ बिख बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो सरनाई। सो कहो टल गुर सेविय, अहनस सहज सुभाए। दर्शन परसै गुरु कह, जन्म मरण दुख जाए। होवै सिफत खसंदि, नूर अर सहो कुर सहो। तुद डिठे सच्चे पातशाह,
ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰਥਾ ਕਾਰਨ ਕਰਨਾ, ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸਰਨ ਚਰਨ, ਤੁਮ ਸਮਰਥਾ ਕਾਰਨ ਕਰਨਾ। ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸਰਨ ਚਰਨ। ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ। ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨਾ। ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ। ਕੋਟ ਅਗਾ ਤੇਰੋ ਨਾਮ ਹਰਨ। ਹਮਰੋ ਸਹਾਓ ਸਦਾ ਸਦ ਭੂਲਨ। ਤੁਮਰੋ ਬਿਰਦ ਪਤਤ ਉਧਰਨ। ਕਰੁਣਾਮੈ ਕਿਰਪਾਲ ਕਿਰਪਾ ਨਿਧ। ਜੀਵਨ ਪਦ ਨਾਨਕ ਹਰ ਦਰਸ਼ਨ। ਹਮਰੋ ਸਹਾਉ ਸਦਾ ਸਦ ਭੁੱਲਨ। ਤੁਮਰੋ ਬਿਰਦ ਪਤਤ ਉਧਰਨ। ਕਰੁਣਾਮੈ ਕਿਰਪਾਲ ਕਿਰਪਾ ਨਿਧ। ਜੀਵਨ ਪਦ ਨਾਨਕ ਹਰ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀ, ਗੁਰੂ ਚਰਨਾਂ ਵਿੱਚ ਸਜਦਾ ਕਰ ਰਹੀ, ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਭਾਦਰੋਂ ਦੀ ਸਕਰਾਂਤ ਦਾ ਜੋੜ ਮੇਲ ਗੁਰੂ ਚਰਨਾਂ ਵਿੱਚ ਇਕੱਤਰ ਹੋ ਕੇ ਮਨਾ ਰਹੇ। ਸਾਵਣ ਦਾ ਮਹੀਨਾ ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਬਤੀਤ ਹੋਇਆ ਹੈ। ਅੱਜ ਭਾਦਰੋਂ ਦੀ ਸਕਰਾਂਤ ਦਾ ਦਿਨ ਹੈ, ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ, ਸਤਿਗੁਰਾਂ ਦੇ ਚਰਨਾਂ ਵਿੱਚ ਬੀਤੇ ਹੋਏ ਸਮੇਂ ਦਾ ਸ਼ੁਕਰਾਨਾ ਕਰਨ ਵਾਸਤੇ ਔਰ ਆਉਣ ਵਾਲੇ ਸਮੇਂ ਲਈ ਅਰਦਾਸ ਬੇਨਤੀ ਕਰਨ ਲਈ ਗੁਰੂ ਚਰਨਾਂ ਵਿੱਚ ਅੱਜ ਦੇ ਦਿਨ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਕਿ ਜਿਹੜਾ ਸਮਾਂ ਲੰਘ ਗਿਆ ਮਹਾਰਾਜ ਆਪ ਜੀ ਦਾ ਸ਼ੁਕਰ ਹੈ। ਆਉਣ ਵਾਲਾ ਇਹ ਸਮਾਂ ਸਫਲ ਹੋਵੇ, ਤੁਹਾਡੀ ਯਾਦ ਵਿੱਚ, ਤੁਹਾਡੀ ਬੰਦਗੀ ਵਿੱਚ ਸਿਮਰਨ ਕਰਦਿਆਂ
ਭਲਾ ਕਰਦਿਆਂ ਪਰਉਪਕਾਰ ਕਰਦਿਆਂ ਬਤੀਤ ਹੋਵੇ ਐਸੀ ਕਿਰਪਾ ਕਰੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਪਹਿਲਾਂ ਸ੍ਰੀ ਮੁਖ ਵਾਕ ਨੂੰ ਰਲ ਮਿਲ ਕੇ ਵਿਚਾਰੀਏ। ਉਪਰੰਤ ਭਾਦਰੋਂ ਦੇ ਮਹੀਨੇ ਦੁਆਰਾ ਜੋ ਉਪਦੇਸ਼ ਸਾਹਿਬ ਪੰਚਮ ਗੁਰਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਆਪਾਂ ਵਿਚਾਰਾਂਗੇ। ਮਨ ਔਰ ਬਿਰਤੀਆਂ ਇਕਾਗਰ ਕਰੀਏ, ਕਿਉਂਕਿ ਸਥੂਲ ਸਰੀਰ ਸ਼ਬਦ ਨੂੰ ਨਹੀਂ ਸਮਝਦਾ, ਸਥੂਲ ਸੂਖਸ਼ਮ ਨੂੰ ਨਹੀਂ ਵੇਖ ਸਕਦਾ। ਜੋ ਸੂਖਸ਼ਮ ਹੈ ਉਹ ਸਥੂਲ ਨੂੰ ਵੇਖ ਸਕਦਾ। ਸਾਡੀਆਂ ਇੰਦਰੀਆਂ ਸਥੂਲ ਨੇ, ਹੱਥ, ਪੈਰ, ਅੱਖਾਂ, ਨੱਕ। ਇਹ ਸਥੂਲ ਇੰਦਰੀਆਂ ਨੂੰ ਜਿਹੜਾ ਵੇਖਣ ਵਾਲਾ, ਇਹਨਾਂ ਨੂੰ ਜਾਣਨ ਵਾਲਾ, ਉਹ ਸਾਡਾ ਮਨ ਹੈ। ਮਨ ਸੂਖਮ ਹੈ, ਬੁੱਧੀ ਵੀ ਸੂਖਮ ਹੈ। ਉਹ ਇਹਨਾਂ ਨੂੰ ਵੇਖ ਸਕਦਾ ਹੈ। ਮਨ ਇਹਨਾਂ ਇੰਦਰੀਆਂ ਨੂੰ ਵੇਖ ਸਕਦਾ ਹੈ, ਬੁੱਧੀ ਇਹਨਾਂ ਇੰਦਰੀਆਂ ਦਾ ਨਿਰਣਾ ਕਰ ਸਕਦੀ ਹੈ, ਪਰ ਇਹ ਇੰਦਰੀਆਂ, ਇਹ ਹੱਥ ਉਸ ਮਨ ਨੂੰ ਨਹੀਂ ਪਕੜ ਸਕਦੇ, ਉਹਨੂੰ ਵਿਸ਼ਾ ਨਹੀਂ ਕਰ ਸਕਦੇ, ਕਿਉਂਕਿ ਇਹ ਸਥੂਲ ਹੈ। ਸਥੂਲ ਸੂਖਸ਼ਮ ਨੂੰ ਨਹੀਂ ਵੇਖ ਸਕਦਾ, ਸੂਖਸ਼ਮ ਸਥੂਲ ਨੂੰ ਵੇਖ ਸਕਦਾ ਹੈ। ਇਸ ਕਰਕੇ ਸਤਿਗੁਰਾਂ ਦਾ ਜੋ ਸ਼ਬਦ ਹੈ ਉਹ ਸੂਖਸ਼ਮ ਹੈ, ਔਰ ਸਾਡਾ ਜਿਹੜਾ ਮਨ ਹੈ, ਸਾਡੀ ਜਿਹੜੀ ਬੁੱਧੀ ਹੈ, ਉਹ ਵੀ ਸੂਖਸ਼ਮ ਹੈ। ਹੁਣ ਜਦੋਂ ਸੂਖਸ਼ਮ ਮਨ ਬੁੱਧ ਕਰਕੇ ਸ਼ਬਦ ਨੂੰ ਵਿਚਾਰਾਂਗੇ, ਫਿਰ ਉਹਦੀ ਸਮਝ ਪਵੇਗੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਰਾਗ ਬਿਲਾਵਲ ਹੈ। ਬਿਲਾਵਲ ਰਾਗ ਵਿੱਚ ਸਾਹਿਬ ਪੰਚਮ ਗੁਰਦੇਵ ਸ਼ਾਂਤੀ ਦੇ ਮਹਾਨ ਮੁਜੱਸਮੇ, ਬਾਣੀ ਦੇ ਰਚਨਹਾਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦਾ ਹੁਕਮਨਾਮਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਹਾਂਜੀ। ਤੁਮ ਸਮਰਥਾ ਕਾਰਨ ਕਰਨ। हे ਮੇਰੇ ਪ੍ਰਭੂ, ਤੂੰ ਸਮਰੱਥ ਹੈ। ਸਮਰੱਥ ਸ਼ਬਦ ਕੇਵਲ ਈਸ਼ਵਰ ਲਈ ਵਰਤਿਆ ਜਾਂਦਾ, ਪ੍ਰਭੂ ਲਈ ਵਰਤਿਆ ਜਾਂਦਾ। ਕਿਸੇ ਮਨੁੱਖ ਲਈ, ਕਿਸੇ ਜੀਵ ਲਈ ਸਮਰੱਥ ਸ਼ਬਦ ਨਹੀਂ ਵਰਤਿਆ ਜਾਂਦਾ, ਕਿਉਂਕਿ ਜੀਵ ਅਸਮਰੱਥ ਹੈ ਕੁਝ ਵੀ ਕਰਨ 'ਚ। ਕੁਝ ਵੀ ਕਰਨ ਵਿੱਚ ਅਸਮਰੱਥ ਹੈ। ਜਿਵੇਂ ਲੱਕੜੀ ਦੀ ਬਣੀ ਹੋਈ ਪੁਤਲੀ ਪਈ ਹੈ, ਉਹ ਕੁਝ ਵੀ ਕਰਨ 'ਚ ਸਮਰੱਥ ਹੈ। ਉਹ ਨਾ ਹਿਲ ਸਕਦੀ ਹੈ, ਨਾ ਜੁਲ ਸਕਦੀ ਹੈ। ਉਹਦੇ ਨਾਲ ਬੱਧੇ ਹੋਏ ਜਿਹੜੇ ਧਾਗੇ ਨੇ, ਜਾਂ ਉਹਨੂੰ ਨਚਾਉਣ ਵਾਲਾ ਹੈ, ਉਹਨੂੰ ਨਚਾਉਂਦਾ, ਪਰ ਉਹ ਪੁਤਲੀ ਅਸਮਰੱਥ ਹੈ। ਜਦੋਂ ਮਾਨਵ ਕੋਟੀ ਦੀ ਗੱਲ ਗੁਰਬਾਣੀ 'ਚ ਸਤਿਗੁਰਾਂ ਨੇ ਕੀਤੀ ਹੈ, ਤਾਂ ਮੇਰੇ ਸਾਹਿਬ ਕਹਿੰਦੇ ਮਾਨਵ ਕੋਟੀ ਕਾਠ ਦੀਆਂ ਪੁਤਲੀਆਂ ਨੇ, ਇਹਨਾਂ ਨੂੰ ਨਚਾਉਣ ਵਾਲਾ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ। ਕਾਠ ਕੀ ਪੁਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨਾ।
ਤੋ ਸਮਰੱਥ ਸ਼ਬਦ ਇਹ ਰਾਖਵਾਂ ਸ਼ਬਦ ਹੈ ਪ੍ਰਮਾਤਮਾ ਲਈ। ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਕੇਵਲ ਗੁਰੂ ਲਈ, ਪਰਮੇਸ਼ਰ ਲਈ ਵਰਤੇ ਜਾ ਸਕਦੇ ਨੇ, ਮਨੁੱਖਾਂ ਲਈ ਨਹੀਂ। ਪਰ ਅਸੀਂ ਆਮ ਕਰਕੇ ਉਹ ਸ਼ਬਦ ਬੰਦਿਆਂ ਵਾਸਤੇ ਵੀ ਵਰਤ ਲੈਂਦੇ ਹਾਂ, ਮਨੁੱਖਾਂ ਲਈ ਵੀ ਵਰਤ ਲੈਂਦੇ ਹਾਂ। ਕੁਝ ਸ਼ਬਦ ਉਚੇਚੇ ਤੌਰ ਤੇ ਰਾਖਵੇਂ ਨੇ ਜਿਹੜੇ ਕੇਵਲ ਉਹਨਾਂ ਲਈ ਵਰਤ ਸਕਦੇ ਨੇ, ਵਰਤੇ ਜਾ ਸਕਦੇ ਨੇ ਜੋ ਉਸ ਦੇ ਹੱਕਦਾਰ ਨੇ, ਉਹ ਦੂਸਰਿਆਂ ਲਈ ਨਹੀਂ ਵਰਤੇ ਜਾ ਸਕਦੇ। ਇਸੇ ਤਰ੍ਹਾਂ ਸਮਰੱਥ ਸ਼ਬਦ ਕੇਵਲ ਅਕਾਲ ਪੁਰਖ ਦੇ ਲਈ ਵਰਤਿਆ ਜਾ ਸਕਦਾ ਹੈ, ਈਸ਼ਵਰ ਲਈ ਵਰਤਿਆ ਜਾ ਸਕਦਾ ਹੈ, ਮਾਇਆ ਸਬਲ ਪਰਮੇਸ਼ਰ ਲਈ ਵਰਤਿਆ ਜਾ ਸਕਦਾ ਹੈ, ਕਿਸੇ ਮਨੁੱਖ ਲਈ, ਕਿਸੇ ਜੀਵ ਲਈ ਨਹੀਂ। ਜੀਵ ਤਾਂ ਕੋਈ ਸਮੱਸਿਆ ਆ ਜਾਵੇ ਝੱਟ ਹੱਥ ਖੜੇ ਕਰ ਲੈਂਦਾ, ਕੀ ਕਰੀਏ, ਕੁਝ ਸਮਝ ਨਹੀਂ ਆਉਂਦੀ, ਕੀ ਕਰੀਏ। ਜਦੋਂ ਇਹਦੇ ਹੱਥ ਖੜੇ ਹੁੰਦੇ ਆ ਉਦੋਂ ਕਹਿੰਦਾ ਹੁਣ ਤਾਂ ਕੋਈ ਕੁਦਰਤੀ ਸ਼ਕਤੀ ਪ੍ਰਮਾਤਮਾ ਦੀ ਕੰਮ ਕਰੇ। ਇਹਦਾ ਮਤਲਬ ਫਿਰ ਜੀਵ ਸਮਰੱਥ ਹੈ ਨਾ। ਸਮਰੱਥ ਕੇਵਲ ਤਾਂ ਕੇਵਲ ਨਿਰੰਕਾਰ ਹੈ, ਸਤਿਗੁਰੂ ਜੀ ਸਮਰੱਥ ਨੇ। ਸਮਰੱਥ ਦੇ ਜਿਹੜਾ ਸਮਰੱਥ ਦਾ ਕੋਸ਼ ਹੈ ਨਾ, ਡਿਕਸ਼ਨਰੀ ਹੈ, ਸਮਰੱਥ ਦੇ ਕੋਸ਼ ਵਿੱਚ ਅਸੰਭਵ ਨਾਮ ਦਾ ਸ਼ਬਦ ਨਹੀਂ ਹੈ। ਜਿਹੜਾ ਅਸੰਭਵ ਸ਼ਬਦ ਹੈ ਨਾ, ਜਾਂ ਆਪਾਂ ਕਹਿੰਦੇ ਵੀ ਆ ਹੋ ਨਹੀਂ ਸਕਦਾ, ਸਮਰੱਥ ਜੋ ਅਕਾਲ ਪੁਰਖ ਹੈ ਉਹਦੇ ਸਾਹਮਣੇ ਅਸੰਭਵ ਨਾਮ ਦਾ ਸ਼ਬਦ ਨਹੀਂ ਹੈ ਵੀ ਇਹ ਹੋ ਨਹੀਂ ਸਕਦਾ। ਉਹਦੀ ਡਿਕਸ਼ਨਰੀ ਵਿੱਚ, ਉਹਦੇ ਕੋਸ਼ ਵਿੱਚ ਇਹ ਸ਼ਬਦ ਹੀ ਨਹੀਂ ਹੈ ਅਸੰਭਵ, ਕੁਝ ਵੀ ਹੋ ਸਕਦਾ। ਜੇ ਉਹਨੂੰ ਭਾਵੇ ਬਿਨਾਂ ਸਾਹਾਂ ਤੋਂ ਵੀ ਰੱਖ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਇਸ ਕਰਕੇ ਉਹਨੂੰ ਕਿਹਾ ਸਮਰੱਥ। ਤੁਮ ਸਮਰੱਥਾ ਹੈ ਪ੍ਰਭੂ, ਤੂੰ ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਤਦੇ ਮਹਾਰਾਜ ਜੀ ਕਹਿੰਦੇ ਨੇ ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਜੀ ਤੁਸੀਂ ਸਮਰੱਥ ਹੋ। ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਪੜ੍ਹੀਏ, ਪਤਾ ਲੱਗਦਾ ਕਿੰਨੇ ਸਰਾਪੇ ਹੋਏ ਸਨ ਜਿਹੜੇ ਤ੍ਰੇਤੇ ਦੁਆਪਰ ਦੇ, ਉਹ ਗੁਰੂ ਨਾਨਕ ਸਾਹਿਬ ਨੇ ਮੁਕਤ ਕੀਤੇ। ਕਿਤਨੇ ਕੌਡੇ ਰਾਖਸ਼ ਬਾਰੇ ਕਹਿੰਦਾ ਮੈਂ ਰਾਜੇ ਜਨਕ ਦੀ ਸਭਾ ਵਿੱਚ ਸਾਂ, ਸਾਧੂਆਂ ਦਾ ਭੋਜਨ ਕੀਤਾ ਹੋਇਆ ਸੀ, ਮੈਂ ਵਿੱਚੋਂ ਭੁੱਖ ਲੱਗੀ ਸੀ, ਪਹਿਲਾਂ ਖਾ ਲਿਆ ਤੇ ਜਨਕ ਨੇ ਮੈਨੂੰ ਸ਼ਰਾਪ ਦੇ ਦਿੱਤਾ, ਜਾ ਤੂੰ ਰਾਖਸ਼ਾਂ ਵਾਲਾ ਕੰਮ ਕੀਤਾ, ਰਾਖਸ਼ ਬਣ ਜਾ। ਮੈਂ ਉਹਨੂੰ ਬੇਨਤੀ ਕੀਤੀ ਮੁਕਤੀ ਵੀ ਚਾਹੀਦੀ, ਉਹਨੇ ਇੱਕ ਸ਼ੀਸ਼ਾ ਦਿੱਤਾ ਸੀ ਮੈਨੂੰ ਕਿ ਇਸ ਸ਼ੀਸ਼ੇ ਵਿੱਚ ਜਿਸ ਦਾ ਸਵਰੂਪ ਇਨ ਬਿਨ ਉਸੇ ਤਰ੍ਹਾਂ ਨਜ਼ਰ ਆਵੇ ਜਿਵੇਂ ਦਿਸ ਰਿਹਾ, ਉਹ ਤੈਨੂੰ ਮੁਕਤ ਕਰੇਗਾ। ਮਹਾਰਾਜ ਬੜੇ ਬੰਦੇ ਆਏ, ਮੈਂ ਬੜਿਆਂ ਨੂੰ ਖਾਧਾ ਤਲ ਕੇ ਸ਼ੀਸ਼ੇ ਸਾਹਮਣੇ। ਜਦੋਂ ਉਹਨਾਂ ਨੂੰ ਕਰਦਾ ਸੀ, ਕੋਈ ਬਾਂਦਰ ਦਿਸਦਾ ਸੀ, ਕੋਈ ਸੱਪ ਦਿਸਦਾ ਸੀ, ਕੋਈ ਠੂੰਆਂ ਦਿਸਦਾ ਸੀ, ਕੋਈ ਬਿੱਛੂ ਦਿਸਦਾ ਸੀ, ਬੰਦਿਆਂ ਵਰਗੀ ਸ਼ਕਲ ਸੀ, ਪਰ ਸ਼ੀਸ਼ੇ 'ਚ ਵਿਖਾਉਂਦਾ ਸੀ ਕੁਝ ਹੋਰ ਦਿਸਦੇ ਸੀ। ਦਰਅਸਲ ਉਹ ਸ਼ੀਸ਼ਾ ਬੰਦੇ ਦੀ ਅਸਲੀਅਤ ਉਹਦੇ 'ਚ ਵਿਖਾ ਦਿੰਦਾ ਸੀ, ਜਿੱਦਾਂ ਦਾ ਉਹਦਾ ਸੁਭਾਅ, ਨੇਚਰ, ਉੱਦਾਂ ਦੀ ਉਹਦੀ ਸ਼ਕਲ। ਪਰ ਤੁਸੀਂ ਪਹਿਲੇ ਹੋ, ਜੋ ਤੁਹਾਡਾ ਸਵਰੂਪ ਹੈ ਇਨ ਬਿਨ ਇਹਦੇ ਵਿੱਚ ਉਸੇ ਤਰ੍ਹਾਂ ਨਜ਼ਰ ਆ ਰਿਹਾ, ਹੁਣ ਮੈਨੂੰ ਮੁਕਤ ਕਰੋ। ਇਹ ਜਨਮ ਸਾਖੀ ਦੇ ਬਚਨ ਨੇ। ਹੁਣ ਉਹ ਸ਼ਰਾਪ ਦੇ ਸਕਦੇ ਸੀ ਪਰ ਉਹਨੂੰ ਮੁਕਤ ਨਹੀਂ ਸਨ ਕਰ ਸਕਦੇ। ਸਰਬ ਕਲਾ ਸਮਰੱਥ ਦੇ ਕੋਲੇ ਤਾਕਤ ਸੀ ਤੇ ਹੈ ਤੇ ਰਹੇਗੀ ਕਿ ਜੋ ਕਿਸੇ ਕੋਲੋਂ ਨਹੀਂ ਹੋ ਸਕਿਆ ਉਹ ਗੁਰੂ ਬਾਬਾ ਜੀ ਕਰ ਸਕਦੇ ਆ। ਮੁਕਤ ਕਰ ਦਿੱਤਾ, ਕੌਡਾ ਵੀ ਮੁਕਤ ਕਰ ਦਿੱਤਾ।
इदां दीयां जन्म साखियां विच बहुत सारे इदां दे वाकियात इदां दीयां घटनावां आउंदियां। तो गरीब नवाज साहब जी वास्ते शब्द समर्थ शब्द बड़ा प्यारा शब्द है। महाराज जी तुसी समर्थ हो, काਰਨ करन, ਕਾਰਨ ਨੂੰ ਕਰਨ ਵਾਲੇ ਹੋ। ਕਾਰਨ ਵੀ ਤੁਸੀਂ ਹੋ ਤੇ ਕਾਰਨ ਨੂੰ ਕਰਨ ਵਾਲੇ ਵੀ। ਕਾਰਨ ਪੈਦਾ ਕਰਨੇ ਪੈਂਦੇ ਹਨ। ਜੇ ਕਾਰਨ ਪੈਦਾ ਕਰੋਗੇ ਤੇ ਕਾਰਜ ਹੋਣਗੇ, ਜੇ ਕਾਰਨ ਪੈਦਾ ਨਹੀਂ ਹੁੰਦਾ ਤਾਂ ਕਾਰਜ ਕਿਵੇਂ ਹੋਣਗੇ। ਸਾਡੇ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਪਹਿਲਾਂ ਉਹਦੇ ਲਈ ਕਾਰਨ ਪੈਦਾ ਕੀਤੇ ਗਏ, ਕਾਰਨਾਂ ਤੋਂ ਬਾਅਦ ਕਾਰਜ ਬਣੇ ਨੇ। ਅੱਜ ਸਰਕਾਰਾਂ ਕਿਉਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਦੀਆਂ? ਕਿਉਂਕਿ ਉਹ ਕਾਰਨ ਹੀ ਪੈਦਾ ਨਹੀਂ ਕਰ ਪਾ ਰਹੇ ਜਿਹਦੇ ਨਾਲ ਅੱਗੇ ਰੋਜ਼ਗਾਰ ਪੈਦਾ ਕਰ ਸਕਣ। ਉਹਦੇ ਲਈ ਕਾਰਨ ਤਾਂ ਬਣਾਉਣੇ ਪੈਣਗੇ। ਹਵਾ ਦੇ ਵਿੱਚ ਥੋੜੀ ਕਿਸੇ ਨੂੰ ਨੌਕਰੀ ਮਿਲ ਜਾਣੀ। ਕਹਿਣ ਮਾਤਰ ਨੂੰ ਕੋਈ ਕਹੀ ਜਾਵੇ ਮੈਂ 5 ਕਰੋੜ ਨੂੰ ਨੌਕਰੀ ਦੇਣੀ ਹੈ ਜਾਂ 10 ਕਰੋੜ ਨੂੰ ਦੇਣੀ ਹੈ, ਉਹਦੇ ਲਈ ਕਾਰਨ ਕੀ ਨੇ? ਤੁਹਾਡਾ ਜਿਹੜਾ ਥੱਲੇ ਜ਼ਮੀਨੀ ਲੈਵਲ ਦੇ ਉੱਤੇ ਕਰ ਕੀ ਰਹੇ ਹੋ, ਕਿੱਥੋਂ ਦਿਓਗੇ? ਉਹੀ ਕੁਝ ਪੁਰਾਣੇ ਘਸੇ ਪਿਟੇ ਮਹਿਕਮੇ ਨੇ, ਉਹਨਾਂ ਵਿੱਚ ਕਿੰਨੀਆਂ ਕੁ ਨੌਕਰੀਆਂ ਦੇ ਲੋਗੇ? ਕਾਰਨ ਤਾਂ ਬਣਾਉਣਾ ਪਵੇਗਾ ਨਾ। ਉਸ ਕਾਰਨ ਤੋਂ ਹੀ ਅੱਗੇ ਕਾਰਜ ਹੋਵੇਗਾ। ਪਰਮੇਸ਼ਰ ਨੇ ਇਸ ਜਗਤ ਦਾ ਕਾਰਨ ਵੀ ਆਪ ਪੈਦਾ ਕੀਤਾ, ਕਾਰਨ ਤੋਂ ਹੀ ਇਹ ਕਾਰਜ ਹੋਇਆ। ਕਾਰਨ ਕਰਨ, ਉਹ ਕਾਰਨ ਵੀ ਹੈ ਤੇ ਕਰਨ ਵਾਲਾ ਵੀ ਹੈ, ਕਾਰਜ ਕਰਨ ਵਾਲਾ ਵੀ ਹੈ, ਕਰਤਾ ਵੀ ਹੈ, ਕਿਰਿਆ ਵੀ ਹੈ ਤੇ ਕਰਮ ਵੀ ਹੈ। ਤਿੰਨੇ ਚੀਜ਼ਾਂ ਉਹ ਖੁਦ ਆਪ ਹੀ ਹੈ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹ ਅਪਰਾਧੀ ਸਰਨ ਚਰਨ। ਢਾਕਨ ਢਾਕ, हे ਪ੍ਰਭੂ ਤੂੰ ਪਰਦੇ ਕੱਜ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲਾਂ ਪਰਦਾ ਉਹਨੇ ਕੱਜਿਆ ਜਦੋਂ ਆ ਸਰੀਰ ਦਿੱਤਾ। ਪਰਦਾ ਕੀ ਕੱਜਿਆ? ਇਹਦੇ ਚ ਗੰਦ ਭਰਿਆ ਹੋਵੇ, ਮਾੜੀ ਜਿਹੀ ਚਮੜੀ ਉਤਰੀ ਹੋਵੇ, ਵਿੱਚੋਂ ਪੂੰ ਵਗਦੀ ਹੋਵੇ, ਵਿੱਚੋਂ ਖੂਨ ਰਿਸ ਰਿਹਾ ਹੋਵੇ, ਰੇਸ਼ਾ ਰਿਸ ਰਿਹਾ ਹੋਵੇ, ਵੇਖਣ ਨੂੰ ਚਿੱਤ ਕਰਦਾ? ਬਦਬੂ ਮਾਰ ਰਿਹਾ ਹੋਵੇ, ਕੋਲੋਂ ਹੀ ਪਾਸੇ ਹਟ ਜਾਂਦੇ। ਅਸਲੀਅਤ ਤਾਂ ਇਹ ਹੈ ਨਾ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਪਰਦਾ ਕੱਜਿਆ, ਇਹਦੇ ਤੇ ਚਮੜੀ ਦਾ ਪਰਦਾ ਪਾ ਦਿੱਤਾ। ਇਹ ਸਾਰਾ ਕੁਝ ਜੋ ਹੈ ਅੰਦਰ ਬੇਖਮਰ ਤੋਂ ਅੰਦਰ ਹੀ ਕੱਜਿਆ ਰਹੇ। ਇਹ ਖੂਨ ਮਿੱਝ ਹੱਡੀਆਂ ਅੰਦਰ ਹੀ ਕੱਜੀਆਂ ਰਹਿਣ। ਉਹਦਾ ਬੁੱਲਾਂ ਵਿੱਚ ਪਏ ਦੰਦ ਸੁੰਦਰ ਲੱਗਦੇ ਆ। ਜੇ ਟੁੱਟਿਆ ਹੋਇਆ ਦੰਦ ਜਬਾੜਾ ਕਿਤੇ ਮਾੜਾ ਜਿਹਾ ਬਾਹਰ ਪਿਆ ਹੋਵੇ, ਹੱਥ ਲਾਉਣ ਨੂੰ ਚਿੱਤ ਕਰਦਾ? ਪਰਦਾ ਪਾ ਕੇ ਕੱਜਿਆ ਹੋਇਆ ਨਾ ਪਰਮੇਸ਼ਰ ਨੇ। ਨਾਸਕਾ ਦੇ ਵਿੱਚ ਪਰਦਾ ਪਾਇਆ ਹੋਇਆ, ਅੱਖਾਂ ਦੇ ਵਿੱਚ ਪਰਦਾ ਪਾਇਆ। ਗਿੱਡ ਨਾਲ ਭਰੀਆਂ ਅੱਖਾਂ ਕਿਹਨੂੰ ਚੰਗੀਆਂ ਲੱਗਦੀਆਂ? ਤੋ ਨਿਰੰਕਾਰ ਪਰਮੇਸ਼ਰ ਨੇ ਪਹਿਲਾ ਪਰਦਾ ਤਾਂ ਇਹੀ ਪਾਇਆ। ਮੁੜ ਕੇ ਸਾਡੀਆਂ ਹਜ਼ਾਰਾਂ ਖਾਮੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਵੀ ਮੇਰੇ ਅੰਦਰ ਆ ਕਮੀ ਹੈ, ਬਾਹਰ ਪ੍ਰਗਟ ਨਹੀਂ ਹੋਣ ਦਿੱਤੀ, ਉਹਦੇ ਤੇ ਤਾਂ ਵੀ ਪਰਮੇਸ਼ਰ ਨੇ ਪਰਦਾ ਪਾ ਕੇ ਕੱਜਿਆ ਹੋਇਆ ਨਾ, ਵੀ ਚੱਲ ਜਿਹੋ ਜਿਹਾ ਹੈ, ਮੰਦਾ ਚੰਗਾ ਮੇਰਾ ਹੀ ਹੈ। ਪਰਮਾਤਮਾ ਵਰਗਾ ਪਰਦੇ ਕੱਜ ਕੋਈ ਨਹੀਂ। ਦੁਨੀਆ ਤਾਂ ਲੋਕਾਂ ਦੇ ਘਰਾਂ 'ਚ ਦੂਰਬੀਨਾਂ ਲਾ ਲਾ ਵੇਖਦੀ ਹੈ, ਵੇਖੀਏ ਸਹੀ ਵੀ ਕਰਦੇ ਕੀ ਨੇ, ਕਮੀ ਕੀ ਹੈ ਇਹਨਾਂ ਦੀ। ਛੱਜ 'ਚ ਪਾ ਕੇ ਪੰਡਾਂ ਉਹ ਤਾਂ ਕਮੀਆਂ ਲੱਭਦੇ, ਉਹ ਵੇਖਦੇ ਆ ਕਿੱਥੇ ਕੋਈ ਕਮੀ ਹੋਵੇ, ਬਸ ਉਸੇ ਵੇਲੇ ਰੌਲਾ ਪਾਈ। ਅੱਜ ਕੱਲ ਸਾਰਿਆਂ ਕੋਲ ਟੂਟੀ ਜੀ ਹੁੰਦੀ ਹੈ, ਮਿੰਟ 'ਚ ਸੰਭਲ ਕੇ ਗੱਲ ਕਰੀ, ਲਾਈਵ ਕਰ ਰਿਹਾ ਤੇਰਾ। ਤੂੰ ਵੇਖਦੇ ਆ ਵੀ ਕਮੀ ਕਿੱਥੇ ਹੈ, ਕਿੱਥੇ ਕਿਸੇ ਦਾ ਕੋਈ ਔਗਣ ਦੱਸੇ।
ਤੇ ਪ੍ਰਗਟ ਕਰਨ ਵਾਲੇ ਵੀ ਉਹੀ ਹੁੰਦੇ ਆ ਜਿਨ੍ਹਾਂ ਦੇ ਅੰਦਰ ਆਪ ਹਜ਼ਾਰਾਂ ਕਮੀਆਂ ਤੇ ਔਗਣ ਭਰੇ ਹੁੰਦੇ ਆ। ਸੱਚ ਬੋਲਣ ਦੀ ਗੱਲ ਉਹ ਕਹਿ ਰਿਹਾ ਹੁੰਦਾ ਜਿਹੜਾ ਆਪ ਰੱਜ ਕੇ ਝੂਠਾ ਹੁੰਦਾ। ਧਰਮ ਦੀ ਗੱਲ ਉਹ ਕਰ ਰਿਹਾ ਹੁੰਦਾ ਜਿਹੜਾ ਆਪ ਰੱਜ ਕੇ ਧਰਮੀ ਹੋ ਗਿਆ। ਹੈਰਾਨੀ ਹੈ ਨਾ। ਪਰਮਾਤਮਾ ਵਰਗਾ ਪੜਦੇ ਕੱਜ ਕੋਈ ਨਹੀਂ। ਸਾਡੀਆਂ ਕਿੰਨੀਆਂ ਖਾਮੀਆਂ, ਕਿੰਨੇ ਦੋਸ਼, ਕਿੰਨੇ ਅਪਰਾਧ ਜੋ ਅਸੀਂ ਮਨ 'ਚ ਸੋਚਦੇ ਚਿਤਵਦੇ ਹਾਂ, ਮਾਲਕ ਪੜਦੇ ਪਾ ਕੇ ਕੱਜ ਰਿਹਾ। ਉਹਦੇ ਵਰਗਾ ਪੜਦੇ ਕੱਜ ਕੋਈ ਨਹੀਂ। ਢਾਕਣ ਢਾਕ ਉਹ ਢੱਕ ਲੈਂਦਾ। ਜਦੋਂ ਵੇਖ ਲੈਂਦਾ ਨਾ ਵੀ ਮੇਰੀ ਸ਼ਰਨ ਆ ਗਿਆ, ਫਿਰ ਨਹੀਂ ਵੇਖਦਾ ਇਹਦਾ ਕੀ ਔਗਣ ਸੀ, ਇਹਨੇ ਪਿੱਛੇ ਕੀ ਕੀਤਾ ਹੈ। ਬਸ ਫਿਰ ਤਾਂ ਆਪਣੇ ਪ੍ਰੇਮ ਦਾ ਪਟੋਲਾ ਪਾ ਕੇ ਨਾ ਕੱਜ ਲੈਂਦਾ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦੇਤਾ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ। ਢੱਕਣ ਕੋ ਪਤ ਮੇਰੀ ਪਿਆਰਿਆ, ਢੱਕਣ ਕੋ ਪਤ ਮੇਰੀ ਪਿਆਰਿਆ। ਢੱਕਣ ਕੋ ਪਤ ਮੇਰੀ ਪਿਆਰਿਆ, ਢੱਕਣ ਕੋ ਪਤ ਮੇਰੀ ਪਿਆਰਿਆ। ਉਹ ਢੱਕਣ ਵਾਲਾ ਹੈ। ਪਟੋਲਾ ਕਹਿੰਦੇ ਆ ਰੇਸ਼ਮ ਦੇ ਕੱਪੜੇ ਨੂੰ। ਪ੍ਰੇਮ ਜਿਹੜਾ ਨਾ ਉਹ ਬੜਾ ਗੁਦਗੁਦਾ ਰੇਸ਼ਮ ਦੇ ਕੱਪੜੇ ਬਣ। ਉਹ ਮਾਲਕ ਨੇ ਆਪਣੇ ਪ੍ਰੇਮ ਦਾ ਉਹ ਸਿਰੇ ਪਾਉ ਮੈਨੂੰ ਦਿੱਤਾ ਹੈ ਮੇਰੀ ਪੱਤ ਕੱਜਣ ਵਾਸਤੇ। ਢਾਕਨ ਢਾਕ ਗੋਬਿੰਦ ਗੁਰ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ। ਏਦਾਂ ਵੀ ਕਹਿ ਸਕਦੇ ਹਾਂ। ਗੋਬਿੰਦ ਗੁਰੂ ਨੂੰ ਕਿਹਾ ਨਾ, ਗੁਰੂ ਗੋਬਿੰਦ ਹੈ, ਗੋਬਿੰਦ ਗੁਰੂ ਹੈ। ਤੁਸੀਂ ਢੱਕਣ ਵਾਲੇ, ਪਰਦੇ ਕੱਜਣ ਵਾਲੇ। ਮੋਹਿ ਅਪਰਾਧੀ ਸਰਨ ਚਰਨ, ਮੈਂ ਅਪਰਾਧੀ ਹਾਂ ਔਰ ਹੇ ਪ੍ਰਭੂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਅਪਰਾਧੀ ਹਾਂ, ਮੈਂ ਇਹ ਮੰਨਦਾ, ਇਹ ਕਬੂਲ ਕਰਦਾ ਔਰ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਤੁਸੀਂ ਢੱਕਣ ਵਾਲੇ ਹੋ, ਪਰਦੇ ਕੱਜਣ ਵਾਲੇ ਹੋ, ਪਰਦੇ ਕੱਜ। ਕਰਬੀ ਆਵੇ ਕੱਪੜਾ ਨਦਰੀ ਮੋਖ ਦੁਆਰ। ਮਹਾਰਾਜ ਜੀ ਤੁਸੀਂ ਪਰਦੇ ਕੱਜਣ ਵਾਲੇ। ਕੋਟਕਪੂਰੇ ਦੇ ਨੇੜੇ ਇੱਕ ਨਗਰ ਵਿੱਚ ਕਲਗੀਧਰ ਜੀ ਉਤਰੇ ਨੇ। ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਿੰਘਾਂ ਨੂੰ ਸਾਡੇ ਘਰੇ ਭੇਜੋ, ਪ੍ਰਸ਼ਾਦਾ ਛਕਣ। ਅਸੀਂ 2-2 4-4 ਸਿੰਘ ਲੈ ਜਾਂਦੇ। ਮਹਾਰਾਜ ਜੀ ਕਹਿੰਦੇ ਲੈ ਜਾਓ। ਜਿਨ੍ਹਾਂ ਨਗਰ ਨਿਵਾਸੀਆਂ ਵਿੱਚ ਕਿਸੇ 'ਚ ਬਿੱਤ ਸੀ, ਕਿਸੇ ਨੇ 2 ਸਿੰਘਾਂ ਨੂੰ ਨਾਲ ਲਿਆ, ਕਿਸੇ ਨੇ 4 ਨੂੰ, ਕਿਸੇ ਨੇ 5 ਨੂੰ। ਇੱਕ ਗਰੀਬ ਸਿੱਖ ਸੀ, ਉਹ ਚੁੱਪ ਕਰਕੇ ਬੈਠਾ ਰਿਹਾ, ਉਸੇ ਪਿੰਡ ਦਾ ਸੀ। ਸ਼ਰੀਕਾਂ ਨੇ ਕੋਲੋਂ ਆਖਿਆ ਉਹ ਤੂੰ ਬੈਠਾ ਘੁੱਗੂ ਬਣ ਕੇ, ਤੂੰ ਵੀ ਕਿਸੇ ਸਿੰਘ ਨੂੰ ਲੈ ਜਾ। ਉਹ ਬੈਠਾ ਸੀ ਵੀ ਮੇਰੇ ਘਰ ਤਾਂ ਭੰਗ ਭੁੱਜਦੀ ਹੈ, ਮੈਂ ਛਕਾਵਾਂਗਾ ਕੀ। ਪਰ ਸ਼ਰੀਕ ਉਹ ਚਾਹੁੰਦੇ ਸਨ ਵੀ ਇਹਦੀ ਬੇਇੱਜ਼ਤੀ ਹੋਵੇ, ਨਰਾਦਰ ਹੋਵੇ। ਕਹਿਣ ਲੱਗਾ ਜੀ ਇੱਕ ਸਿੰਘ ਮੇਰੇ ਨਾਲ ਵੀ ਭੇਜ ਦਿਓ। ਗੁਰੂ ਸਾਹਿਬ ਦਾ ਬੜਾ ਪਿਆਰਾ ਯੋਧਾ ਸਿੰਘ ਸੀ, ਭਾਈ ਮਲਾਗਰ ਸਿੰਘ ਉਹਦਾ ਨਾਮ ਸੀ। ਮਲਾਗਰ ਸਿੰਘ ਜੀ ਉਹਦੇ ਨਾਲ ਚਲੇ ਗਏ। ਲੰਗਰ ਪ੍ਰਸ਼ਾਦਾ ਛਕ ਕੇ ਆਏ, ਰਾਤ ਬੀਤ ਗਈ। ਸਵੇਰੇ ਮਹਾਰਾਜ ਜੀ ਪੁੱਛਦੇ ਸਿੰਘਾਂ ਨੂੰ, ਸਭਾ 'ਚ ਬੈਠੇ ਪਿੰਡ ਵਾਲੇ ਵੀ ਆ ਗਏ ਸਾਰੇ। ਕੀ ਛਕ ਕੇ ਆਏ?
ਮਲਾਗਰ ਸਿੰਘ ਨੂੰ ਜਿਹੜਾ ਗਰੀਬ ਸਿੱਖ ਲੈ ਗਿਆ ਸੀ ਘਰ, ਉਹਨੇ ਵੇਖਿਆ ਹੈ ਕੁਝ ਨਹੀਂ, ਮੋਢੇ ਤੇ ਇੱਕ ਪੁਰਾਣਾ ਜਿਹਾ ਕੰਬਲ ਸੀ, ਉਹ ਵਿਛਾਇਆ ਬੈਠਣ ਨੂੰ। ਭਾਈ ਮਲਾਗਰ ਸਿੰਘ ਜੀ ਸਜੋ ਹੱਥ ਧੁਆਏ, ਘਰ 'ਚ ਪੀਲੂ ਪਏ ਸਨ ਸੁੱਕੇ ਤੇ ਉਬਾਲੇ। ਆਖਿਆ ਭਾਈ ਸਾਹਿਬ ਇਹੀ ਹਾਜ਼ਰ ਹੈ, ਛਕ ਲਓ। ਭਾਈ ਸਾਹਿਬ ਨੇ 7 ਵਚਨ ਕਹਿ ਕੇ ਉਹ ਸੁੱਕੇ ਪੀਲੂ ਸਨ, ਛਕ ਲਏ। ਉਹ ਕੋਈ ਬਹੁਤੇ ਸਵਾਦ ਨਹੀਂ ਹੁੰਦੇ। ਅਰਦਾਸ ਕਰਕੇ ਆ ਗਿਆ। ਅਗਲੇ ਦਿਨ ਪੁੱਛਿਆ ਮਹਾਰਾਜ ਜੀ ਨੇ, ਭਾਈ ਕਿਹੜਾ ਸਿੰਘ ਕੀ ਕੀ ਛਕ ਕੇ ਆਇਆ? ਸਭ ਨੇ ਆਖਿਆ ਮਹਾਰਾਜ ਅਸੀਂ ਖੀਰ ਖਾ ਕੇ ਆਏ ਹਾਂ, ਕੋਈ ਕਹੇ ਪੂੜੇ ਖਾ ਕੇ ਆਏ। ਮਲਾਗਰ ਸਿੰਘ ਦੀ ਵਾਰੀ ਆਈ। ਮਲਾਗਰ ਸਿੰਘ ਜੀ ਤੁਸੀਂ ਕੀ ਛਕ ਕੇ ਆਏ? ਮਹਾਰਾਜ ਕੀ ਦੱਸਾਂ, ਇੱਕ ਇਹੋ ਜਿਹਾ ਨਾਇਆਬ ਪਦਾਰਥ ਛਕਿਆ ਜੋ ਮੈਂ ਆਪਣੀ ਜ਼ਿੰਦਗੀ 'ਚ ਕਦੇ ਪਹਿਲਾਂ ਨਹੀਂ ਸੀ ਛਕਿਆ। ਪਹਿਲੀ ਵਾਰ ਛਕਿਆ, ਛਕਿਆ ਵੀ ਪਹਿਲੀ ਵਾਰ ਹੀ ਸੀ। ਔਰ ਮਹਾਰਾਜ ਕੀ ਦੱਸਾਂ ਉਹਦੇ ਵਿੱਚ ਕਿੰਨਾ ਰਸ ਸੀ, ਕੀ ਦੱਸਾਂ ਉਹਦੇ 'ਚ ਕਿੰਨਾ ਕੁ ਸਵਾਦ ਸੀ। ਉਸ ਗਰੀਬ ਸਿੱਖ ਦਾ ਜਿਹੜਾ ਪ੍ਰੇਮ ਸੀ ਨਾ ਉਹਦੇ ਵਿੱਚ, ਭਾਈ ਮਲਾਗਰ ਸਿੰਘ ਨੂੰ ਉਹਦਾ ਸਵਾਦ ਆਇਆ। ਸ਼ਰੀਕ ਕੋਲੋਂ ਝੱਟ ਬੋਲ ਪਏ ਨੇ ਕੀ ਖਵਾ ਦਿੱਤਾ ਹੋਣਾ ਮਹਾਰਾਜ, ਇਹਦੇ ਘਰ ਤਾਂ ਰੋਟੀ ਨਹੀਂ ਪੱਕਦੀ, ਪ੍ਰਸ਼ਾਦਾ ਨਹੀਂ ਪੱਕਦਾ। ਮਹਾਰਾਜ ਜੀ ਕਹਿੰਦੇ ਸਿੰਘਾ ਤੂੰ ਦੱਸ, ਜਿਹੜਾ ਘਰ ਵਾਲਾ ਸੀ ਗਰੀਬ ਸਿੱਖ ਵੀ, ਤੂੰ ਦੱਸ ਕੀ ਛਕਾਇਆ? ਕਹਿੰਦਾ ਮਹਾਰਾਜ ਗਰੀਬੜਾ ਹਾਂ, ਇਹ ਮੇਰੇ ਰਿਸ਼ਤੇਦਾਰ ਸੱਚ ਕਹਿੰਦੇ ਆ ਵੀ ਵਾਕਈ ਰੋਟੀ ਨਹੀਂ ਪੱਕਦੀ ਘਰ। ਮੇਰੇ ਘਰ 'ਚ ਸੁੱਕੇ ਪੀਲੂ ਹਾਜ਼ਰ ਸੀ, ਮੈਂ ਉਹ ਉਬਾਲ ਕੇ ਛਕਾਏ ਆ ਭਾਈ ਮਲਾਗਰ ਸਿੰਘ ਨੂੰ। ਸਾਹਿਬ ਨੇ ਆਖਿਆ ਸਤੀ ਦੇ ਸੰਤੋਖੀ ਖਾਏ ਦਾ ਪੂਰਨ ਵਾਕਿਆਤ ਇੱਥੇ ਘਟਦਾ। ਦੇਣ ਵਾਲੇ ਕੋਲ ਜੋ ਸੀ ਉਹਨੇ ਹਾਜ਼ਰ ਕਰ ਦਿੱਤਾ, ਸਤੀ ਦੇ ਹਾਜ਼ਰ ਸੀ ਅੱਜ, ਤੇ ਖਾਣ ਵਾਲਾ ਸੰਤੋਖੀ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੀ ਤੇ ਕਰਾਉਣ ਦੀ ਮਰਿਆਦਾ ਦੱਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਉਣ ਤੇ ਕਰਨ ਦੀ ਮਰਿਆਦਾ। ਉਹ ਕਹਿੰਦੇ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਕਰਵਾਵੇ, ਪਾਠ ਕਰਨ ਵਾਲੇ ਸਿੰਘਾਂ ਪ੍ਰਤੀ ਉਹਦੇ ਮਨ 'ਚ ਭਾਵਨਾ ਹੋਵੇ ਮੇਰੇ ਘਰ ਵਿੱਚ ਜੋ ਧਨ ਧਾਮ ਹੈ ਸਭ ਕੁਝ ਇਹਨਾਂ ਨੂੰ ਦੇ ਦਿਆਂ, ਗੁਰੂ ਕੀ ਬਾਣੀ ਸੁਣਾ ਰਹੇ ਨੇ। ਪਰ ਅਖੰਡ ਪਾਠ ਸਾਹਿਬ ਕਰਨ ਵਾਲਿਆਂ ਅੰਦਰ ਇੰਨਾ ਸੰਤੋਖ ਤੇ ਸਬਰ ਹੋਵੇ ਕਿ ਇੱਥੋਂ ਅਸੀਂ ਕੁਝ ਵੀ ਨਹੀਂ ਲੈ ਕੇ ਜਾਣਾ। ਉਹ ਅਖੰਡ ਪਾਠ ਸਾਹਿਬ ਪ੍ਰਵਾਨ ਹੁੰਦਾ। ਇਹਨੂੰ ਕਹਿੰਦੇ ਸਤੀ ਦੇ ਸੰਤੋਖੀ ਖਾਏ। ਹੁਣ ਕਰਾਉਣ ਵਾਲਿਆਂ ਦੇ ਮਨ 'ਚ ਵੀ ਹੁੰਦਾ ਵੀ ਘੱਟ ਤੋਂ ਘੱਟ ਹੋ ਜਾਏ। ਉਹ ਰੇਟ ਪੁੱਛਣਗੇ ਸਾਰੇ ਪਾਸੇ ਜਾ ਜਾ ਕੇ, ਕਿੱਥੇ ਜਿੱਥੇ ਸਭ ਤੋਂ ਘੱਟ ਹੋਵੇ। ਤੇ ਕਰਨ ਵਾਲਿਆਂ ਅੰਦਰ ਵੀ ਤਾਂ ਗਰੀਬ ਨੇ, ਉਹਨਾਂ ਨੇ ਵੀ ਕਾਂਖਾ ਰੱਖਣੀ ਹੈ ਵੀ 500-700 ਹਜ਼ਾਰ ਰੁਪਈਆ ਤਾਂ ਹੋਵੇ। ਸਾਹਿਬ ਕਹਿਣ ਲੱਗੇ ਦੇਣ ਵਾਲਾ ਸਤੀ ਤੇ ਖਾਣ ਵਾਲਾ ਸੰਤੋਖੀ ਮਲਾਗਰ ਸਿੰਘ। ਮਲਾਗਰ ਸਿੰਘ ਤੂੰ ਮੇਰੇ ਗਰੀਬ ਸਿੱਖ ਦਾ ਪਰਦਾ ਕੱਜਿਆ, ਤੂੰ ਆ ਕੇ ਛਿੰਝ ਨਹੀਂ ਪਾਈ ਵੀ ਉਹਨੇ ਮੈਨੂੰ ਕੁਝ ਛਕਾਇਆ ਨਹੀਂ। ਤੂੰ ਮੇਰੇ ਗਰੀਬ ਸਿੱਖ ਦਾ ਪਰਦਾ ਕੱਜਿਆ। ਮਲਾਗਰ ਸਿਆਂ ਤੇਰਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਪਰਦਾ ਮੈਂ ਕੱਜ ਦਿੱਤਾ ਹੈ। ਜਿਹੜਾ ਮੇਰੇ ਸਿੱਖ ਦਾ ਪਰਦਾ ਕੱਜੇਗਾ ਉਹਦੇ ਮੈਂ ਪਰਦੇ ਕੱਜਾਂਗਾ। ਅੱਜ ਤਾਂ ਛੱਜ ਤੇ ਛਾਨਣੀ 'ਚ ਪਾ ਕੇ ਭੰਡਿਆ ਜਾਂਦਾ। ਉਹਨੇ ਇੰਝ ਕੀਤਾ, ਉਹਨੇ ਆਹ ਕੀਤਾ। ਜੇ ਆਪਣੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਹੋਵੇ, ਉੱਤੇ ਲੀਪਾ ਪੋਚੀ ਲਾ ਕੇ ਪਰਦਾ ਪਾਉਨੇ ਆ ਕਿ ਨਹੀਂ ਪਾਉਨੇ? ਤੇ ਕਿਉਂ ਦੂਜੇ ਧਰਮਾਂ ਵਾਲਿਆਂ ਨੂੰ, ਦੂਜੇ ਮਜ਼ਹਬਾਂ ਵਾਲਿਆਂ ਨੂੰ, ਦੂਜੇ ਮਤਾਂ ਵਾਲਿਆਂ ਨੂੰ ਆਪਣਾ ਜਲੂਸ ਵਿਖਾਈਏ?
ਮੇਰਾ ਮਾਲਕ ਢਾਕਨ ਢਾਕ ਗੋਬਿੰਦ ਗੁਰ ਮੇਰੇ, ਉਹ ਢੱਕਣ ਵਾਲੇ ਨੇ, ਪਰਦਾ ਕੱਜਣ ਵਾਲੇ ਨੇ। ਮੋਹਿ ਅਪਰਾਧੀ ਸਰਨ ਚਰਨ, ਮੈਂ ਅਪਰਾਧੀ ਹਾਂ ਮੇਰੇ ਮਾਲਕ ਜੀ, ਔਰ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, 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 ਤੁਮਰੀ ਸ਼ਰਨ ਤੁਮਾਰੀ ਆਸਾ। ਮਹਾਰਾਜ ਜੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਪਨਾਹ ਵਿੱਚ ਹਾਂ। ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ, ਵੇਖਿਓ ਠੌਰ ਨਾਹੀ ਕਛ ਢੀਠ ਮੁਕਰਨਾ। हे प्रभु जो जो मैं ਕੀਤਾ ਤੁਸੀਂ ਸਭ ਕੁਝ ਜਾਣਦੇ ਹੋ। ਐਸਾ ਨਹੀਂ ਕਿ ਤੁਹਾਨੂੰ ਪਤਾ ਨਹੀਂ ਮੈਂ ਕੀ ਕਰਦਾ। ਲੋਕਾਂ ਕੋਲੋਂ ਛੁਪਾ ਲਵਾਂਗਾ, ਤੁਹਾਡੇ ਤੋਂ ਥੋੜੀ ਛੁਪਾ ਸਕਦਾ। ਜੋ ਜੋ ਮੈਂ ਕੀਤਾ ਤੁਸੀਂ ਜਾਣਦੇ ਹੋ। ਵੇਖਿਓ ਠੌਰ ਨਹੀਂ, ਮੈਂ ਇਹੋ ਜਿਹੀ ਕੋਈ ਥਾਂ ਵੇਖੀ ਨਹੀਂ ਜਿੱਥੇ ਤੁਹਾਡੀ ਨਿਗਾਹ ਨਾ ਹੋਵੇ, ਜਿੱਥੇ ਤੁਹਾਡੀ ਨਿਗਾਹਬਾਨੀ ਨਾ ਹੋਵੇ। ਪਰ हे ਪ੍ਰਭੂ ਮੈਂ ਇਹੋ ਜਿਹਾ ਢੀਠ ਹਾਂ, ਕਰਕੇ ਵੀ ਮੁੱਕਰ ਜਾਣਾ। ਢੀਠ ਮੁੱਕਰ, ਹਾਲਾਂਕਿ ਮੁੱਕਰਨ ਦੀ ਗੁੰਜਾਇਸ਼ ਹੀ ਕੋਈ ਨਹੀਂ। ਸਾਹਮਣੇ ਸੀਸੀਟੀਵੀ ਕੈਮਰੇ 'ਚ ਰਿਕਾਰਡਿੰਗ ਕਰ ਲੈਂਦੇ ਹੋ ਤੁਸੀਂ। ਮੈਂ ਵੇਖ ਕੇ ਵੀ ਕਹੀ ਜਾਣਾ ਮਹਾਰਾਜ ਮੈਂ ਨਹੀਂ ਹਾਂ, ਇਹੋ ਜਿਹਾ ਢੀਠ ਹਾਂ ਮਹਾਰਾਜ, ਫਿਰ ਵੀ ਮੁੱਕਰੀ ਜਾਣਾ। ਇਹੋ ਜਿਹਾ ਮੈਂ ਨੀਚ ਹਾਂ। ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਗਾ ਤੇਰੋ ਨਾਮ ਹਰਨ। ਜੇ ਮੈਂ ਆਪਣੀ ਨੀਚਤਾਈ ਵੱਲ ਵੇਖਾਂ ਵੀ ਮੈਂ ਕਿੰਨਾ ਕੁ ਨੀਚ ਹਾਂ, ਤਾਂ हे ਪ੍ਰਭੂ ਤੇ ਮੈਨੂੰ ਮੇਰੇ ਵਰਗਾ ਕੋਈ ਵੱਡਾ ਨੀਚ ਨਜ਼ਰ ਨਹੀਂ ਆਉਂਦਾ। ਪਰ ਫਿਰ ਜਦੋਂ ਮੈਂ ਤੇਰਾ ਪ੍ਰਤਾਪ ਵੇਖਦਾ ਤੇ ਸੁਣਦਾ ਹਾਂ ਕਿ हे ਪ੍ਰਭੂ ਤੇਰਾ ਇੱਕ ਵਾਰ ਨਾਮ ਲਿਆ ਕਰੋੜਾਂ ਪਾਪ ਹਰੇ ਜਾਂਦੇ ਨੇ, ਮੈਨੂੰ ਆਸ ਵੱਜ ਜਾਂਦੀ ਹੈ। ਕੋਟ ਅਘਾ ਤੇਰੋ ਨਾਮ ਹਰਨ, ਕਰੋੜਾਂ ਪਾਪ, ਅਘਾ ਨਾਮ ਕਹਿੰਦੇ ਨੇ ਪਾਪ ਨੂੰ। ਅਘਾ ਦਰਦਰ ਨਿਵਾਰਣੀ ਪਵਹਾ ਜਾ ਕੋ ਨਾਮ, ਕਲਗੀਧਰ ਨੇ ਵੀ ਬਚਨ ਲਿਖੇ ਨੇ। ਅਘਾ ਦਰਦਰ ਨਿਵਾਰਣੀ ਪਵਹਾ ਜਾ ਕੋ ਨਾਮ। ਉਹ ਅਗਾਂਹ ਪਾਪਾਂ ਨੂੰ ਨਿਵਾਰਨ ਵਾਲੀ ਪਰਮੇਸ਼ਰ ਦੀ ਸ਼ਕਤੀ ਹੈ। ਤੇਰਾ ਨਾਮ ਕਰੋੜਾਂ ਪਾਪਾਂ ਨੂੰ ਕੱਟ ਕੇ ਨਿਵਾਰਨ ਵਾਲਾ ਹੈ। ਹਮਰੋ ਸਹਾਓ ਸਦਾ ਸਦ ਭੁੱਲਨ, ਤੁਮਰੋ ਬਿਰਦ ਪਤ ਤੋ ਧਰਨ। ਮੇਰਾ ਸੁਭਾਅ ਹੈ ਸਦਾ ਹੀ ਭੁੱਲ ਜਾਣਾ ਮਹਾਰਾਜ, ਸਦਾ ਹੀ ਭੁੱਲਦੇ ਆ, ਇੱਕ ਵਾਰੀ ਥੋੜੀ ਭੁੱਲਦੇ ਆ, ਸਾਰਾ ਦਿਨ ਹੀ ਭੁੱਲੇ ਫਿਰਦੇ ਆ, ਰਾਤ ਵੀ ਭੁੱਲਿਆਂ ਲੰਘ ਜਾਂਦੀ ਹੈ, ਤੈਨੂੰ ਕਦੇ ਯਾਦ ਹੀ ਨਹੀਂ ਕਰਦੇ। ਪਾਪ ਵੀ ਕਰਦੇ ਆ ਤਾਂ ਵੀ ਭੁੱਲ ਜਾਂਦੇ ਆ, ਕੋਈ ਗੁਨਾਹ ਕਰਦੇ ਆ ਤਾਂ ਭੁੱਲ ਜਾਂਦੇ ਆ। ਮਹਾਰਾਜ ਸਾਡਾ ਸੁਭਾਅ ਹੀ ਭੁੱਲਣ ਵਿੱਚ ਹੈ। ਹਮਰੋ ਸਹਾਓ, ਸਹਾਓ ਦਾ ਮਤਲਬ ਹੁੰਦਾ ਸੁਭਾਅ, ਸਾਡਾ ਸੁਭਾਅ ਸਦਾ ਸਦ ਭੁੱਲਣ, ਸਦਾ ਹੀ ਭੁੱਲਣ ਵਾਲਾ। ਪਰ ਮਹਾਰਾਜ ਤੁਮਰਾ ਉਹ ਬਿਰਦ ਪਤਤ ਉਦਰਨ, ਤੁਹਾਡਾ ਬਿਰਦ ਹੈ ਪਤਤਾਂ ਨੂੰ ਤਾਰਨ ਵਾਲਾ, ਤੁਸੀਂ ਨਹੀਂ ਭੁੱਲਦੇ। ਮੈਂ ਭੁੱਲ ਜਾਣਾ, ਪਰ ਤੁਹਾਡਾ ਸੁਭਾਅ ਹੈ ਕਿ ਤੁਸੀਂ ਨਹੀਂ ਭੁੱਲਦੇ, ਤੁਸੀਂ ਇਹ ਭੁੱਲ ਗੁਰੂ ਕਰਤਾਰ ਹੋ, ਪਰ ਪਤਤਾਂ ਨੂੰ ਉਧਾਰਨ ਵਾਲੇ ਹੋ। ਕਰੁਣਾਮੈ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਮਹਾਰਾਜ ਤੁਸੀਂ ਕਰੁਣਾਲਿਆ ਹੋ,
ਮਹਾਰਾਜ ਕਲਗੀਧਰ ਕਹਿੰਦੇ ਨਾ, ਹਰ ਬੋਲ ਮਨਾ ਛੰਦ ਚ, ਕਰਣਾਲਿਆ ਹੈ ਅਰ ਕਾਲਿਆ ਹੈ, ਕਲ ਖੰਡਨ ਹੈ ਮਹਿ ਮੰਡਨ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਵ ਉਭਾਰਨ ਹੈ। ਮਹਾਰਾਜ ਤੁਸੀਂ ਕਰਨਾ ਕਰਨ ਵਾਲੇ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਕਿਰਪਾ ਕਰਕੇ ਤਾਰੋ।